हाँ जी, सत श्री अकाल मेरे सारे दोस्तों। उम्मीद करदा सारे ठीक ठाक होवोगे। तो बई अज अपना अपना FCI वाचमैन तो अपना भी P SSS ਦੀਆਂ पोस्टां निकल ना ਉਹਦੇ ਲਈ सैट अपलोड करते हैं। तो अज ਆਪਾਂ भी पॉलिटी शुरू की आ तो ये थोड़े जिहा मैं होर तरीके नाल लैके आया। अज मैं थ्योरी लैके आया तो तुसीं मैनूं सारिਆਂ ने दसना कमेंट करके भी आप थ्योरी च लग गए कि आप भी ਜਿਹੜੇ MSQ क्वेश्चन आ ਉਹੀ पै करके। ठीक है, जेकर ਤੁਹਾਨੂੰ आ वीडियो ਵਧੀਆ ਲੱਗੀ, ठीक है, एक डेमो क्लास आ, छोटी क्लास हो गई अपनी, लंबी नहीं आती। तो ये अपनी बस 15 ਕੁ ਜਾਂ 20 ਮਿੰਟ तक ਦੀ ਹੋਊਗੀ। जेकर भी ਤੁਹਾਨੂੰ ਜਿਹੜੀ ਆਪਣੀ ਕਲਾਸ ਵਧੀਆ ਲੱਗਦੀ ਆ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਵੀਡੀਓ ਕਿਵੇਂ ਦੀ ਲੱਗੀ। ਤੇ ਵੀ ਆਪਾਂ ਆਈ ਕੰਮ ਚ ਲੱਗ ਗਏ ਜਿਹੜਾ ਥਿਊਰੀ ਵਾਲਾ ਕਿ ਆਪਾਂ ਜਿਹੜੇ ਆਪਣੇ MSQ ਕੁਐਸਚਨ ਉਹੀ ਕਰਿਆ ਕਰਗੇ। ਜੇ ਤਾਂ ਵੀ ਤੁਹਾਨੂੰ ਲੱਗਿਆ ਵਧੀਆ ਆਪਣਾ ਥਿਊਰੀ ਵਾਲਾ ਕੰਮ ਆਹ ਫਿਰ ਤਾਂ ਆਪਾਂ ਐਂ ਕਰਿਆ ਕਰਾਂਗੇ ਵੀ ਆਪਾਂ ਜਿਹੜਾ 6 ਦਿਨ ਤੱਕ ਕਰਿਆ ਕਰਾਂਗੇ ਥਿਊਰੀ। ਤੇ ਆਪਾਂ ਜਿਹੜਾ ਐਤਵਾਰ ਨੂੰ ਪਾਇਆ ਕਰਾਂਗੇ ਟੈਸਟ, ਜਿਹੜੇ ਪਿੱਛੇ ਆਪਾਂ 6 ਦਿਨ ਪੜ੍ਹਿਆ ਹੋਊਗਾ। ਤੇ ਉਹਦੇ ਆਪਾਂ ਐਤਵਾਰ ਨੂੰ ਵੀ ਜਿਹੜਾ ਵੱਡਾ ਟੈਸਟ ਪਾਦਾ ਕਰਾਂਗੇ, ਇੱਕ ਆਪਣਾ ਮੈਰਾਥਨ ਕਲਾਸ। ਤੇ ਉਹਦੇ ਵਿੱਚ ਜਿਹੜੇ ਪਿੱਛੇ ਪੜ੍ਹਿਆ ਹੋਊਗਾ ਆਪਾਂ ਉਹ ਵੀ ਸਾਰੇ ਆਪਣੇ MSQ ਕੁਐਸਚਨ ਬਣਾ ਕੇ ਤੇ ਉਹਦੇ ਵਿੱਚ ਆਪਾਂ ਐਤਵਾਰ ਨੂੰ ਪਾਦਾ ਕਰਾਂਗੇ। 6 ਦਿਨ ਆਪਾਂ ਪੜ੍ਹਿਆ ਕਰਾਂਗੇ ਆਪਣੀ ਜਿਹੜੀ ਮੈਥ ਹੁੰਦੀ ਆਪਣੀ ਥਿਊਰੀ। ਤੇ ਪਹਿਲਾਂ ਹੁਣ ਆਪਾਂ ਆਹ ਪੋਲਿਟੀ ਸਟਾਰਟ ਕੀਤੀ ਆ। ਠੀਕ ਆ, ਤੇ ਇਹ ਆਪਣੀ ਜਿਹੜੀ ਹੈਗੀ ਆ ਬਸ 5-7 ਦਿਨਾਂ 'ਚ ਆਪਣੀ ਜਾਂ ਹਫ਼ਤੇ ਤੱਕ ਜਿਹੜੀ ਹੈ ਮੈਂ ਸਾਰੀ ਕਵਰ ਕਰਵਾ ਦੂੰਗਾ। ਵੱਧ ਤੋਂ ਵੱਧ 10 ਦਿਨ ਲਾ ਲਓ। 10 ਦਿਨਾਂ ਵਿੱਚ ਸਾਰੀ ਕਵਰ ਕਰਵਾ ਕੇ ਜਿਹੜਾ ਆਪਣਾ ਸੰਡੇ ਹੁੰਦਾ ਉਦੋਂ ਆਪਾਂ ਪਤਾ ਕਰਾਂਗੇ ਟੈਸਟ MSQ ਕੁਐਸਚਨ ਦਾ। ਤੇ ਤੁਸੀਂ ਸਾਰਿਆਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਆਪਾਂ ਹੁਣ ਤੋਂ ਜਿਹੜੇ ਆਪਣੇ ਜਿਹੜੇ ਦੂਜੇ MSQ ਕੁਐਸਚਨ ਉਹ ਸਟਾਰਟ ਕਰਕੇ ਕਿ ਜਿਹੜੇ ਆਪਾਂ ਹੁਣ ਥਿਊਰੀ ਸਟਾਰਟ ਕਰ ਦਈਏ। ਠੀਕ ਆ, ਤੇ ਬਾਕੀ ਵੀ ਜਿਹੜਾ ਆਪਣੇ ਅੱਜ ਨਾ ਬਾਰਡ ਅਟੈਂਡੈਂਟ ਦੇ ਜਿਹੜੇ ਆਪਣੇ ਐਡਮਿਟ ਕਾਰਡ ਆਏ ਆ ਤੇ ਉਹ ਪਹਿਲਾਂ ਤੁਹਾਡੇ ਆਪਣੇ ਐਡਮਿਟ ਕਾਰਡ ਡਾਊਨਲੋਡ ਹੋ ਰਹੇ ਸੀਗੇ ਤੇ ਬਾਅਦ 'ਚ ਕੋਈ ਪ੍ਰੋਬਲਮ ਕਰਕੇ ਨਾ ਥੱਲੇ ਉਹ ਆਪਣੇ ਤੋਂ ਪਾਸਵਰਡ ਮੰਗ ਰਿਹਾ। ਤੇ ਵੀ ਉਹ ਕਿਸੇ ਡਰਨ ਵਾਲੀ ਗੱਲ ਨਹੀਂ ਗੀ, ਉਹ ਕੋਈ ਆਪਣੀ ਟੈਕਨੀਕਲ ਪ੍ਰੋਬਲਮ ਆਈ ਹੋਊਗੀ ਤੇ ਕੱਲ੍ਹ ਤੱਕ ਜਾਂ ਰਾਤ ਤੱਕ ਜਿਹੜਾ ਆਪਣਾ ਉਹ ਸਹੀ ਹੋ ਜਾਊਗਾ। ਤੇ ਉਹਦੇ ਬਾਅਦ ਆਪਾਂ ਜਿਹੜੇ ਆਪਣੇ ਡਾਊਨਲੋਡ ਕਰ ਸਕਦੇ ਹਾਂ। ਪਹਿਲਾਂ ਹੋ ਰਹੀ ਸੀ ਕਿ ਮੈਂ ਵੀ ਕੀਤਾ ਸੀਗਾ ਤੇ ਮੇਰਾ ਹੋ ਗਿਆ ਸੀਗਾ ਤੇ ਹੁਣ ਮੇਰੇ ਵੀ ਨਹੀਂ, ਆਪਣੇ ਮੈਂ ਕਰਕੇ ਦੇਖਿਆ ਹੁਣ ਨਹੀਂ ਹੋ ਰਿਹਾ। ਥੱਲੇ ਨਾ ਪਾਸਵਰਡ ਮੰਗ ਰਿਹਾ ਤੇ ਉਹ ਵੀ ਕੋਈ ਇੰਨੀ ਚੱਕਰ ਵਾਲੀ ਗੱਲ ਹੈ ਨਹੀਂ ਕਿ ਰਾਤ ਜਾਂ ਕੱਲ੍ਹ ਤੱਕ ਸਹੀ ਹੋ ਜਾਊਗਾ। ਤੇ ਫਿਰ ਜਿਹੜਾ ਆਪਣਾ ਉਹਦਾ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੇ ਬਾਕੀ ਜਿਹੜੇ ਆਪਣੇ ਬਾਰਡ ਅਟੈਂਡੈਂਟ ਵਾਲੇ ਆ ਵੀ ਉਹ ਆਪਣੀਆਂ ਵੀਡੀਓ ਦੇਖ ਸਕਦੇ ਆ ਕਿਉਂਕਿ ਉਹਨਾਂ ਲਈ ਵੀ ਮਹੱਤਵਪੂਰਨ ਹੈਗੀ ਆ। ਤੇ ਤੁਸੀਂ ਇਹ ਵੀ ਦੇਖ ਸਕਦੇ ਹੋ। ਬਾਕੀ ਵੀ FCI ਵਾਚਮੈਨ ਤੇ ਵੀ ਆਪਣੇ PSSB ਵਾਲਿਆਂ ਨੇ ਜ਼ਰੂਰ ਦੇਖਣੀ ਆ ਤੇ ਸਪੈਸ਼ਲ ਉਹਨਾਂ ਲਈ ਵੀਡੀਓ ਬਣਾਈ ਆ ਇਹ। ਤੇ ਬਾਕੀ ਵੀ ਆਪਣਾ ਬਾਰਡ ਅਟੈਂਡੈਂਟ ਦਾ ਸਾਰਾ ਸਿਲੇਬਸ ਕਵਰ ਹੋਇਆ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਆਪਣਾ ਪਲੇਲਿਸਟ ਬਣੀ ਪਈ ਹੈ, ਜਾ ਕੇ ਦੇਖ ਸਕਦੇ ਆ। ਤੇ ਚਲੋ ਵੀ ਵੇਖਦੇ ਆਪਾਂ ਦੀ ਵੀਡੀਓ। ਅੱਜ ਵੀ ਮੈਂ ਤੁਹਾਨੂੰ ਲੋਕਤੰਤਰ ਵੀ ਜਿਹੜੀ ਡੈਮੋਕ੍ਰੇਸੀ ਆਪਣੀ ਉਹਦੇ ਬਾਰੇ ਦੱਸੂਗਾ। ਤੇ ਪਹਿਲਾਂ ਦੇਖੋ ਕੀ ਲਿਖਿਆ ਆਪਾਂ ਵੀ ਜਿਹੜਾ ਲੋਕਤੰਤਰ ਆ, ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਜਿਸ ਦੇਸ਼ ਦਾ ਮੁਖੀਆ ਲੋਕਾਂ ਦੁਆਰਾ ਚੁਣਿਆ ਗਿਆ ਹੋਵੇ ਉਸ ਨੂੰ ਗਣਤੰਤਰ ਰਾਜ ਕਿਹਾ ਜਾਂਦਾ ਹੈ। ਲੋਕਤੰਤਰ ਦੇਸ਼ਾਂ ਵਿੱਚ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ ਅਤੇ ਸਰਕਾਰ ਚੱਲਦੀ ਹੈ। ਲੋਕਤੰਤਰੀ ਸਰਕਾਰ ਵਾਲੇ ਦੇਸ਼ਾਂ ਵਿੱਚ ਜੋ ਦੋ ਮੁੱਖ ਪ੍ਰਕਾਰ ਦੇ ਹੁੰਦੇ ਹਨ। ਸਰਕਾਰ ਦੋ ਮੁੱਖ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਨਾਮਾਤਰ ਮੁਖੀ ਤੇ ਅਸਲੀ ਮੁਖੀ। ਕੀ ਇਹਦਾ ਕੀ ਆਖਿਆ ਕਿ ਜੇ ਆਖਿਆ ਜਿਹੜਾ ਆਪਣੀ ਭਾਰਤ ਆ ਉਹ ਇੱਕ ਲੋਕਤੰਤਰ ਗਣਰਾਜ ਆ। ਤੇ ਮਤਲਬ ਜਿਹੜਾ ਆਪਣੇ ਭਾਰਤ ਵਿੱਚ ਵੀ ਦੋ ਪ੍ਰਕਾਰ ਦੇ ਮੁਖੀ ਹੁੰਦੇ। ਇੱਕ ਤਾਂ ਹੁੰਦਾ ਆਪਣਾ ਨਾਮਾਤਰ ਮੁਖੀ ਤੇ ਇੱਕ ਹੁੰਦਾ ਆਪਣਾ ਅਸਲੀ ਮੁਖੀ, ਜਾਣੀ ਕਿ ਆਪਣਾ ਕਾਰਜਕਾਰੀ ਸ਼ਕਤੀਆਂ ਦੀ ਜਿਹੜੀ ਵਰਤੋਂ ਕਰਦਾ। ਤੇ ਜਿਹੜਾ ਹੁਣ ਆਪਣਾ ਨਾਮਾਤਰ ਮੁਖੀ ਕਿਹੜਾ, ਜਿਵੇਂ ਆਪਣਾ ਹੁਣ ਰਾਸ਼ਟਰਪਤੀ ਆ ਉਹ ਆਪਣਾ ਨਾਮਾਤਰ ਮੁਖੀ ਆ, ਜਿਹੜਾ ਉਹ ਆਪਣੇ ਉੱਪਰ ਜਿਹੜਾ ਵੀ ਕੋਈ ਵੀ ਆਪਣੀ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦਾ। ਆਪਣਾ ਪ੍ਰਧਾਨ ਮੰਤਰੀ ਆਪਣਾ ਜਿਹੜਾ ਮੰਤਰੀ ਮੰਡਲ ਆ ਜਾਂਦਾ ਉਹਦੇ ਕੋਲ ਆਪਣਾ ਜਿਹੜਾ ਅਸਲੀ ਸ਼ਕਤੀਆਂ ਸਾਰੀਆਂ ਆਪਣੀ ਪ੍ਰਧਾਨ ਮੰਤਰੀ ਕੋਲ ਆ। ਤੇ ਇਸ ਲਈ ਜਿਹੜਾ ਆਪਣਾ ਭਾਰਤ ਆ ਇੱਕ ਗਣਤੰਤਰੀ ਰਾਜ ਆ। ਠੀਕ ਆ, ਇਹਦੇ ਵਿੱਚ ਕੀ ਹੁੰਦਾ ਜਿਵੇਂ ਕੋਈ ਵੀ ਸ਼ਕਤੀ ਵਗੈਰਾ ਹੁੰਦੀ ਆ, ਜਿਹੜਾ ਆਪਣਾ ਵੀ ਰਾਸ਼ਟਰਪਤੀ ਉਹਨੂੰ ਵੀ ਆਪਣੇ ਪ੍ਰਧਾਨ ਮੰਤਰੀ ਦੀ ਸਲਾਹ ਵਗੈਰਾ ਲੈਣੀ ਪੈਂਦੀ ਆ ਤੇ ਫਿਰ ਉਸ ਦੀ ਉਹ ਵਰਤੋਂ ਕਰ ਸਕਦਾ। ਪਰ ਵੀ ਕੁਛ ਕੁ ਸ਼ਕਤੀਆਂ ਹੁੰਦੀਆਂ ਨੇ ਆਪਣਾ ਰਾਸ਼ਟਰਪਤੀ ਵੀ ਉਹ ਕਰ ਸਕਦਾ ਆਪਣੀ ਜਿਹੜੀ ਉਹਨਾਂ ਦੀ ਵਰਤੋਂ। ਪਰ ਜਿਹੜੇ ਆਪਣੇ ਜ਼ਿਆਦਾਤਰ ਸ਼ਕਤੀਆਂ ਉਹ ਪ੍ਰਧਾਨ ਮੰਤਰੀ ਕੋਲ ਹੀ ਹੁੰਦੀਆਂ। ਇਸ ਜਿਹੜਾ ਆਪਣਾ ਰਾਸ਼ਟਰਪਤੀ ਆ ਉਹਨੂੰ ਆਪਾਂ ਨਾਮਾਤਰ ਜਿਹੜਾ ਮੁਖੀ ਕਹਿੰਦੇ ਆ। ਜਿਹੜਾ ਆਪਣਾ ਪ੍ਰਧਾਨ ਮੰਤਰੀ ਉਹ ਅਸਲੀ ਆਪਣਾ ਜਿਹੜਾ ਕਾਰਜਕਾਰੀ ਮੁਖੀ ਹੁੰਦਾ। ਅੱਗੇ ਜਾ ਕੇ ਆਪਣਾ ਵੀ ਲੋਕਤੰਤਰ ਦਾ ਅਰਥ ਕੀ ਆ। ਜਿਹੜਾ ਆਪਣਾ ਲੋਕਤੰਤਰ ਸ਼ਬਦ ਆ ਉਹ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਡੈਮੋਕ੍ਰੇਸੀ ਤੋਂ ਲਿਆ ਗਿਆ ਹੈ। ਤੇ ਅੰਗਰੇਜ਼ੀ ਭਾਸ਼ਾ ਦਾ ਡੈਮੋਕ੍ਰੇਸੀ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਡੈਮੋਸ ਅਤੇ ਕ੍ਰੇਟੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜਿਹੜਾ ਆਪਣਾ ਡੈਮੋਸ ਆ ਉਸਦਾ ਅਰਥ ਹੈ ਲੋਕ ਅਤੇ ਕ੍ਰੇਟੀਆ ਦਾ ਅਰਥ ਹੈ ਸ਼ਾਸਨ, ਜਾਣੀ ਕਿ ਲੋਕਾਂ ਦਾ ਸ਼ਾਸਨ। ਹਾਂਜੀ, ਇਹਦੇ ਵਿੱਚ ਕੁਐਸਚਨ ਕੀ ਬਣੂਗਾ, ਕੁਐਸਚਨ ਇਹ ਬਣੂਗਾ ਜਿਹੜਾ ਆਪਣਾ ਵੀ ਲੋਕਤੰਤਰ ਸ਼ਬਦ ਆ ਉਹ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਕਿਹੜੇ ਤੋਂ ਲਿਆ ਗਿਆ ਹੈ, ਤਾਂ ਵੀ ਤੁਹਾਡਾ ਆਨਸਰ ਬਣ ਜੂਗਾ ਡੈਮੋਕ੍ਰੇਸੀ। ਤੇ ਵੀ ਜੇ ਹੋਰ ਉਹਨੇ ਡੀਪਲੀ ਪੁੱਛਿਆ ਤਾਂ ਕੁਐਸਚਨ ਇਹ ਪੁੱਛਿਆ ਸਕਦਾ ਜਿਹੜਾ ਆਪਣਾ ਵੀ ਡੈਮੋਕ੍ਰੇਸੀ ਸ਼ਬਦ ਆ ਅੰਗਰੇਜ਼ੀ ਭਾਸ਼ਾ ਸ਼ਬਦ ਉਹ ਆਪਣੇ ਯੂਨਾਨੀ ਭਾਸ਼ਾ ਦੇ ਸ਼ਬਦ ਕਿਹੜੇ ਤੋਂ ਲਿਆ ਗਿਆ। ਤੇ ਵੀ ਉਹ ਡੈਮੋਸ ਅਤੇ ਕ੍ਰੇਟੀਆ ਦੋ ਸ਼ਬਦਾਂ ਨੂੰ ਮਿਲਾ ਕੇ ਲਿਆ ਗਿਆ। ਜਿਹੜਾ ਡੈਮੋਸ ਆ ਉਹਦਾ ਅਰਥ ਆ ਲੋਕ, ਜਿਹੜਾ ਆਪਣਾ ਹੈਗਾ ਆਪਣਾ ਕ੍ਰੇਟੀਆ ਉਹਦਾ ਅਰਥ ਆਪਣਾ ਸ਼ਾਸਨ। ਤੇ ਵੀ ਜਿਹੜਾ ਆਪਣਾ ਡੈਮੋਸ ਅਤੇ ਕ੍ਰੇਟੀਆ ਮਿਲਾ ਕੇ ਲੋਕਾਂ ਦਾ ਸ਼ਾਸਨ ਬਣ ਜਾਂਦਾ, ਜਿਹਨੂੰ ਆਪਾਂ ਲੋਕਤੰਤਰ ਕਹਿੰਦੇ ਆ। ਅੱਗੇ ਹੈਗਾ ਜਿਹੜਾ ਲੋਕਤੰਤਰ ਦੀ ਸਰਕਾਰ ਲੋਕਾਂ ਦੀ ਸਰਕਾਰ ਹੁੰਦੀ ਹੈ। ਇਬਰਾਹਿਮ ਲਿੰਕਨ ਦੇ ਅਨੁਸਾਰ ਲੋਕਤੰਤਰੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੁੰਦੀ ਹੈ। ਲੋਕਤੰਤਰ ਸਰਕਾਰ ਵਿੱਚ
ਦੇਸ਼ ਦੇ ਸਾਰੇ ਵੋਟਰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਆਪਣੀ ਵੋਟ ਨਾਲ ਆਪਣੇ ਪ੍ਰਤੀਨਿਧ ਨੂੰ ਚੁਣਦੇ ਹਨ। ਉਹ ਹੀ ਚੁਣੇ ਹੋਏ ਪ੍ਰਤੀਨਿਧ ਕੇਂਦਰ ਅਤੇ ਰਾਜ ਪੱਧਰ 'ਤੇ ਕਾਨੂੰਨ ਬਣਾਉਂਦੇ ਹਨ। ਲੋਕਤੰਤਰੀ ਸਰਕਾਰ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਮਤਲਬ ਕੀ ਦੱਸਿਆ ਗਿਆ ਵੀ ਜਿਹੜੀ ਆਪਣੀ ਲੋਕਤੰਤਰੀ ਸਰਕਾਰ ਹੁੰਦੀ ਆ ਅਤੇ ਜਿਹੜਾ ਇਬਰਾਹਿਮ ਲਿੰਕਨ ਜਿਹੜਾ ਵੀ ਇਹ ਤੁਸੀਂ ਯਾਦ ਰੱਖਣੀ ਗੱਲ, ਇੱਕ ਕੁਐਸਚਨ ਪੁੱਛਿਆ ਜਾ ਸਕਦਾ ਵੀ ਇਹ ਕਿਹਨਾਂ ਦਾ ਕਥਨ ਆ, ਇਹ ਜਿਹੜੇ ਆਖਿਆ ਵੀ ਜਿਹੜੇ ਲੋਕ ਆ ਅਤੇ ਉਹ ਵੀ ਆਪਣੀ ਲੋਕਤੰਤਰੀ ਸਰਕਾਰ ਆ ਉਹ ਲੋਕਾਂ ਲਈ ਲੋਕਾਂ ਦੁਆਰਾ ਬਣਾਈ ਜਾਂਦੀ ਆ, ਤਾਂ ਵੀ ਆਪਣੇ ਇਬਰਾਹਿਮ ਲਿੰਕਨ ਨੇ ਆਖਿਆ। ਅਤੇ ਇਹ ਗੱਲ ਧਿਆਨ ਵਿੱਚ ਰੱਖਣੀ ਆ, ਇਹ ਇੰਪੋਰਟੈਂਟ ਕੁਐਸਚਨ ਆ। ਅਤੇ ਬਾਕੀ ਕੀ ਦੱਸਿਆ ਵੀ ਜਿਹੜੇ ਆਪਣੇ ਕੋਈ ਵੀ ਬੰਦਾ ਜਿਹੜਾ ਆਪਣਾ ਕੋਈ ਵੀ ਭਾਵੇਂ ਔਰਤਾਂ ਭਾਵੇਂ ਮਰਦ ਜਿਹੜੇ ਆਪਣੇ 18 ਸਾਲ ਤੋਂ ਉੱਪਰ ਆ, ਠੀਕ ਆ, ਉਹਨਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੈਗਾ। ਪਹਿਲਾਂ ਜਿਹੜੀ ਇਹ ਉਮਰ ਸੀਗੀ ਇਹ ਸੀ ਜ਼ਿਆਦਾ, ਪਹਿਲਾਂ 21 ਸਾਲ ਤੱਕ ਸੀਗੀ, ਬਾਅਦ 'ਚ ਘਟਾ ਕੇ ਉਹਨੂੰ 18 ਸਾਲ ਕਰਤਾ। ਅਤੇ ਹੁਣ ਜਿਹੜਾ ਆਪਾਂ 18 ਸਾਲ ਤੋਂ ਜਿਹੜਾ ਉੱਪਰ ਦਾ ਬੰਦਾ ਉਹਨੂੰ ਆਪਾਂ ਬਾਲਗ ਮੰਨਦੇ ਹਾਂ, ਅਤੇ ਵੀ ਉਹ ਆਪਣੀ ਵੋਟ ਦਾ ਅਧਿਕਾਰ ਕਰਕੇ ਆਪਣੇ ਪ੍ਰਤੀਨਿਧ ਚੁਣਦਾ। ਜਿਹੜੇ ਵੀ ਇਹ ਪ੍ਰਤੀਨਿਧ ਚੁਣੇ ਹੁੰਦੇ ਆ ਅਤੇ ਉਹ ਗਾਂਹ ਜਾ ਕੇ ਵੀ ਕੇਂਦਰ ਅਤੇ ਰਾਜ ਸਰਕਾਰ ਵਿੱਚ ਜਿਹੜੇ ਆਪਣੇ ਸ਼ਕਤੀਆਂ ਹੁੰਦੀਆਂ ਜਿਹੜਾ ਆਪਣਾ ਕਾਨੂੰਨ ਵਗੈਰਾ ਉਹ ਬਣਾਉਂਦੇ ਆ। ਇਸ ਲਈ ਆਪਣੀ ਜਿਹੜੀ ਲੋਕਤੰਤਰ ਸਰਕਾਰ ਆ ਉਸਨੂੰ ਆਪਾਂ ਕਾਨੂੰਨ ਦੀ ਸਰਕਾਰ ਕਹਿ ਦਿੰਦੇ ਹਾਂ। ਹੁਣ ਵੇਖਦੇ ਆਪਾਂ ਅੱਗੇ ਕੀ ਲਿਖਿਆ। ਆਪਣਾ ਲੋਕਤੰਤਰ ਦਾ ਆਰੰਭ ਕਦੋਂ ਹੋਇਆ ਸੀਗਾ? ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਈਥਨਜ਼ ਵਿੱਚ ਹੋਇਆ। ਵੀ ਆਹ ਕੁਐਸਚਨ ਪੁੱਛਿਆ ਜਾ ਸਕਦਾ ਜਿਹੜਾ ਪਿਆ ਲੋਕਤੰਤਰ ਦਾ ਆਰੰਭ ਆ ਪਹਿਲਾਂ ਤਾਂ ਹੋਇਆ ਕਿੱਥੇ ਸੀਗਾ? ਹੋਇਆ ਯੂਨਾਨ 'ਚ ਸੀਗਾ। ਯੂਨਾਨ ਦੇ ਕਿਹੜੇ ਸ਼ਹਿਰ 'ਚ ਹੋਇਆ ਸੀਗਾ? ਈਥਨ 'ਚ। ਅਤੇ ਆਧੁਨਿਕ ਲੋਕਤੰਤਰ, ਠੀਕ ਹੈ, ਇਹ ਪੁਰਾਣੇ ਦਾ ਆਖਿਆ ਗਿਆ ਆਪਾਂ ਨੂੰ। ਜਿਹੜਾ ਪਹਿਲਾਂ ਸੀ ਸਟਾਰਟਿੰਗ ਕਿੱਥੇ ਹੋਈ ਸੀਗੀ? ਉਹ ਸੀ ਤੇ ਆਪਣੀ ਯੂਨਾਨ 'ਚ ਅਤੇ ਈਥਨ 'ਚ ਸ਼ਹਿਰ 'ਚ। ਪਰ ਤੁਹਾਨੂੰ ਜਿਹੜਾ ਆਪਣਾ ਹੁਣ ਚੱਲ ਰਿਹਾ ਆਧੁਨਿਕ ਚੱਲ ਰਿਹਾ ਉਹ ਪੁੱਛਣ ਤਾਂ ਵੀ ਉਹ ਆਪਣਾ ਚੱਲਿਆ ਸੀਗਾ ਸਾਲ ਤੋਂ ਪਹਿਲਾਂ ਵੀ ਆਪਣੇ ਯੂਰਪ ਵਿੱਚ ਹੋਈ ਸੀ। ਲੋਕਤੰਤਰ ਦੀ ਸਥਾਪਨਾ ਜਿਹੜੀ ਵੀ ਇਹ ਯੂਰਪ ਵਿੱਚ ਹੋਈ ਸੀ ਸਭ ਤੋਂ ਪਹਿਲਾਂ। ਅਤੇ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਕਾਨੂੰਨ ਦੇ ਰਾਜ ਦਾ ਵਿਕਾਸ ਹੋਇਆ ਸੀ ਅਤੇ ਲੋਕਾਂ ਨੇ ਲੋਕਤੰਤਰ ਸਰਕਾਰ ਨੂੰ ਅਪਣਾਇਆ ਸੀ। ਮਤਲਬ ਕੀ ਹੈ ਵੀ ਜੇ ਤਾਂ ਆਪਾਂ ਨੂੰ ਪੁੱਛਣ ਸਟਾਰਟਿੰਗ 'ਚ ਜਿਹੜਾ ਆਪਣਾ ਲੋਕਤੰਤਰ ਦਾ ਆਰੰਭ ਕਿੱਥੋਂ ਹੋਇਆ ਤਾਂ ਵੀ ਯੂਨਾਨ 'ਚ ਹੋਇਆ ਸੀਗਾ, ਈਥਨ 'ਚ ਸ਼ਹਿਰ 'ਚੋਂ। ਪਰ ਜਿਹੜਾ ਹੁਣ ਚੱਲ ਰਿਹਾ ਆਪਣੇ ਭਾਰਤ ਵਿੱਚ ਜਾਂ ਹੋਰ ਜਿਹੜੇ ਦੇਸ਼ਾਂ ਵਿੱਚ ਚੱਲ ਰਿਹਾ ਆਪਣਾ ਲੋਕਤੰਤਰ ਜਿਹੜਾ ਆਧੁਨਿਕ ਆ, ਵੀ ਇਹਦਾ ਹੋਇਆ ਸੀ ਆਪਣਾ ਯੂਰਪ 'ਚ। ਜਿਹੜੇ ਯੂਰਪ 'ਚ ਜਦੋਂ ਫਰਾਂਸ ਦੀ ਕ੍ਰਾਂਤੀ ਚੱਲ ਰਹੀ ਸੀਗੀ ਤਾਂ ਉਦੋਂ ਵੀ ਰਾਜ ਦਾ ਕਾਨੂੰਨ ਸੀਗਾ ਅਤੇ ਜਿਹੜਾ ਆਪਣਾ ਉਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਵੀ ਪਸੰਦ ਕੀਤਾ ਸੀਗਾ, ਇਸ ਲਈ ਉਦੋਂ ਇਹਦਾ ਵਿਕਾਸ ਹੋਇਆ ਸੀ। ਅੱਗੇ ਵੀ ਲੋਕਤੰਤਰ ਸਰਕਾਰ ਵਿੱਚ ਕਿਸੇ ਨਾਲ ਰੰਗ, ਜਾਤ, ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਜਿਹੜੀ ਵੀ ਆਪਣੀ ਲੋਕਤੰਤਰ ਸਰਕਾਰ ਹੁੰਦੀ ਆ ਇਹਦੇ ਵਿੱਚ ਵੀ ਧਰਮ ਹੋ ਗਿਆ, ਕੋਈ ਜਾਤ ਪਾਤ ਦੇ ਆਧਾਰ 'ਤੇ ਜਾਂ ਕੋਈ ਰੰਗ ਰੂਪ ਦੇ ਆਧਾਰ 'ਤੇ ਅਤੇ ਜਾਂ ਕੋਈ ਲਿੰਗ ਦੇ ਆਧਾਰ 'ਤੇ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਆ, ਭਾਵੇਂ ਕੋਈ ਨਿੱਕਾ ਭਾਵੇਂ ਕੋਈ ਵੱਡਾ, ਅਤੇ ਸਾਰੇ ਸਮਾਨ ਆ। ਅੱਗੇ ਹੈਗਾ ਆਪਣਾ ਵੀ ਪ੍ਰਤੀਨਿਧਤਾ ਦੀਆਂ ਕਿਸਮਾਂ 'ਚ ਕਿਹੜੇ ਹੁੰਦੀਆਂ ਵੀ 3-4 ਕਿਸਮਾਂ ਹੁੰਦੀਆਂ। ਇੱਕ ਹੁੰਦੀ ਆਪਣੀ ਪ੍ਰਧਾਨਾਤਮਕ ਸਰਕਾਰ, ਇਕਾਤਮਕ ਸਰਕਾਰ ਅਤੇ ਸੰਘਾਤਮਕ ਸਰਕਾਰ। ਅਤੇ ਬਾਕੀ ਵੀ ਇਹ ਵੀਡੀਓ ਵਿੱਚ ਤੁਹਾਨੂੰ ਮੈਂ ਮੋਟਾ ਸਮਝਾਇਆ, ਇੰਨਾ ਖਾਸ ਡੀਪਲੀ ਨਹੀਂ ਸਮਝਾਇਆ ਕਿਉਂਕਿ ਇੱਕ ਡੈਮੋ ਕਲਾਸ ਆ। ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗਦੀ ਆ ਤਾਂ ਮੈਨੂੰ ਕਮੈਂਟ ਕਰਨਾ ਵੀ ਆਪਾਂ ਇਸ ਤਰ੍ਹਾਂ ਵੀ ਅੱਗੇ ਲੈ ਕੇ ਅੱਗੇ ਕਿ ਨਾ ਲੈ ਕੇ ਅੱਗੇ। ਫਿਰ ਤੁਹਾਨੂੰ ਸਾਰਾ ਮੈਂ ਇਕੱਲੀ ਚੀਜ਼ ਡਿਟੇਲ 'ਚ ਸਾਰੀ ਪੜ੍ਹਾ ਦੂੰਗਾ, ਠੀਕ ਆ। ਵੀ ਆਪਣੀ ਕਾਰਜਪਾਲਿਕਾ ਕੀ ਹੁੰਦੀ ਆ, ਨਿਆਂਪਾਲਿਕਾ ਕੀ ਹੁੰਦੀ ਆ, ਰਾਸ਼ਟਰਪਤੀ ਹੋ ਗਿਆ, ਪ੍ਰਧਾਨ ਮੰਤਰੀ ਵਗੈਰਾ ਹੋ ਗਏ, ਰਾਜਪਾਲ ਵਗੈਰਾ ਅਤੇ ਮੁੱਖ ਮੰਤਰੀ, ਜਿਹੜਾ ਸਾਰਾ ਕੁਛ ਟੋਟਲੀ ਆਪਣਾ ਜਿਹੜਾ ਆਊਗਾ ਤੁਹਾਨੂੰ ਮੈਂ ਇਕੱਲੀ ਚੀਜ਼ ਜਿਹੜੀ ਅੱਜ ਥਿਊਰੀ 'ਚ ਸਮਝਾ ਦੂੰਗਾ। ਜੇ ਤੁਹਾਨੂੰ ਕਲਾਸ ਆਹ ਲੱਗਦੀ ਹੈ ਵਧੀਆ ਅਤੇ ਕਮੈਂਟ ਕਰਕੇ ਮੈਨੂੰ ਦੱਸਣਾ ਵੀ ਆਪਾਂ ਅੱਗੇ ਕਲਾਸ ਲੈ ਕੇ ਅੱਗੇ ਕਿ MCQ ਕਰਨੇ ਇਕੱਲੇ। ਅਤੇ ਇਹ ਆਪਣੀ ਅੱਗੇ ਵੀ ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਆ? ਅਜਿਹੀ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਲੋਕਾਂ ਦੁਆਰਾ ਸਿੱਧਾ ਚੁਣਿਆ ਜਾਂਦਾ ਹੈ, ਉਹ ਦੇਸ਼ ਦਾ ਸ਼ਾਸਕ ਹੁੰਦਾ ਹੈ। ਅਜਿਹੀ ਸਰਕਾਰ ਵਿੱਚ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਇੱਕੋ ਪਾਰਟੀ ਦੇ ਨਹੀਂ ਹੁੰਦੇ। ਜਿਹੜੀ ਵੀ ਆਪਣੀ ਪ੍ਰਧਾਨਾਤਮਕ ਸਰਕਾਰ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਆਪਣਾ ਰਾਸ਼ਟਰਪਤੀ ਹੁੰਦਾ ਉਹਨੂੰ ਡਾਇਰੈਕਟ ਜਿਹੜੇ ਆਪਣੇ ਲੋਕ ਹੁੰਦੇ ਆ ਉਹ ਚੁਣਦੇ ਆ। ਹੁਣ ਜਿਵੇਂ ਆਪਣੇ ਭਾਰਤ ਵਿੱਚ ਆਪ ਤਾਂ ਆਪਦੇ ਜਿਹੜੇ ਹੁਣ ਕੀ ਹੋ ਗਿਆ ਜਿਵੇਂ MLA ਵਗੈਰਾ ਹੋ ਗਏ ਅਤੇ ਜਿਹੜੇ ਆਪਣੇ ਵੋਟਾਂ ਪਾ ਕੇ ਆਪਾਂ ਜਿਹੜੇ ਪ੍ਰਤੀਨਿਧ ਉਹ ਚੁਣਦੇ ਹਾਂ। ਜਿਹੜੇ ਆਪਣੇ ਹੁਣ ਪ੍ਰਤੀਨਿਧ ਚੁਣੇ ਹੁੰਦੇ ਆ ਉਹ ਅੱਗੇ ਜਾ ਕੇ ਰਾਸ਼ਟਰਪਤੀ ਵਗੈਰਾ ਦੀ ਚੋਣ ਕਰਦੇ ਆ। ਆਪਾਂ ਸਿੱਧੇ ਤਾਂ ਰਾਸ਼ਟਰਪਤੀ ਚੁਣ ਲੈਂਦੇ ਨਾ, ਵੀ ਤੁਸੀਂ ਸੁਣਿਆ ਕਿ ਵੀ ਰਾਸ਼ਟਰਪਤੀ ਚੋਣਾਂ ਪੰਗਾ ਹੁਣ ਆਪਣੇ ਇੱਥੇ ਵੀ ਵੋਟਾਂ ਪੰਗਾ ਹੁਣ ਜਿਹੜਾ ਰਾਸ਼ਟਰਪਤੀ ਵੀ ਉਹ ਜਿਹੜਾ ਆਪਣੇ ਦੁਬਾਰਾ ਚੁਣੇ ਹੋਏ ਪ੍ਰਤੀਨਿਧ ਆ ਉਹ ਚੁਣਦੇ ਹੈਗਾ। ਜਿਹੜੀ ਵੀ ਹੁੰਦੀ ਹੈ ਪ੍ਰਧਾਨਾਤਮਕ ਸਰਕਾਰ ਇਹਦੇ ਵਿੱਚ ਐਂ ਨਹੀਂ ਹੁੰਦਾ, ਇਹ 'ਚ ਉਲਟ ਹੁੰਦਾ। ਜਿਹੜੇ ਆਪਣੇ ਲੋਕ ਹੁੰਦੇ ਆ ਉਹ ਸਿੱਧਾ ਡਾਇਰੈਕਟ ਆਪਣਾ ਰਾਸ਼ਟਰਪਤੀ ਦੀ ਚੋਣ ਕਰਦੇ ਆ। ਅਤੇ ਇਹਦੇ ਵਿੱਚ ਵੀ ਇੱਕ ਗੱਲ ਇਹ ਹੁੰਦੀ ਹੈ ਜਿਹੜਾ ਆਪਣਾ ਰਾਸ਼ਟਰਪਤੀ ਹੋਊਗਾ ਜਿਹੜਾ ਪ੍ਰਧਾਨ ਮੰਤਰੀ ਜਾਂ ਮੰਤਰੀ ਮੰਡਲ ਹੋਊਗਾ ਉਹ ਇੱਕੋ ਪਾਰਟੀ ਦੇ ਨਹੀਂ ਹੋਣਗੇ, ਉਹ ਅਲੱਗ ਹੋਣਗੇ। ਹੁਣ ਵੇਖਦੇ ਆਪਾਂ ਅੱਗੇ ਆਪਣੀ ਇਕਾਤਮਕ ਸਰਕਾਰ। ਅਜਿਹੀ ਸਰਕਾਰ ਵਿੱਚ ਰਾਜ ਸਰਕਾਰ ਨਾਲੋਂ ਕੇਂਦਰ ਸਰਕਾਰ ਨੂੰ ਸ਼ਕਤੀਆਂ ਜ਼ਿਆਦਾ ਦਿੱਤੀਆਂ ਜਾਂਦੀਆਂ ਹਨ। ਅਜਿਹੀ ਸਰਕਾਰ ਵਿੱਚ ਕੇਂਦਰ ਸਰਕਾਰ ਦਾ ਕੰਟਰੋਲ ਰਾਜ ਸਰਕਾਰ ਉੱਪਰ ਹੁੰਦਾ ਹੈ। ਜਿਹੜੀ ਵੀ ਆਪਣੀ ਵੀ ਹੁੰਦੀ ਹੈ ਇਕਾਤਮਕ ਸਰਕਾਰ, ਇਹ ਕਿਹੜੀ ਹੁੰਦੀ ਆ? ਇਹਦੇ ਵਿੱਚ ਕੀ ਹੁੰਦਾ, ਜਿਹੜੀ ਆਪਣੀ ਰਾਜ ਸਰਕਾਰ ਹੁੰਦੀ ਹੈ ਨਾ ਉਹਦੇ ਕੋਲ ਸ਼ਕਤੀਆਂ ਹੁੰਦੀਆਂ, ਪਰ ਜਿਹੜੀ ਆਪਣੀ ਕੇਂਦਰ ਸਰਕਾਰ ਹੁੰਦੀ ਉਹਦੇ ਨਾਲੋਂ ਘੱਟ ਹੁੰਦੀਆਂ। ਦੋਨਾਂ ਕੋਲ ਸ਼ਕਤੀਆਂ, ਰਾਜ ਸਰਕਾਰ ਕੋਲ ਵੀ ਹੁੰਦੀਆਂ ਅਤੇ ਕੇਂਦਰ ਕੋਲ ਵੀ ਹੁੰਦੀਆਂ। ਜਿਹੜੀ ਤੇ ਕਿ ਆਪਣੀ ਪ੍ਰਧਾਨਾਤਮਕ ਸਰਕਾਰ ਇਹਦੇ ਕੋਲ ਤਾਂ ਵੀ ਜਿਹੜੀ ਕੇਂਦਰ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ। ਸਾਰੇ ਟੋਟਲੀ ਜਿਹੜੀ ਸ਼ਕਤੀ ਆਪਣੀ ਉਹ ਕੇਂਦਰ ਕੋਲ ਹੀ ਹੁੰਦੀ ਆ
ਕਿਉਂਕਿ ਜਿਹੜਾ ਪ੍ਰਧਾਨ ਆ ਉਹਦਾ ਇੱਕ ਹੀ ਹੁੰਦਾ ਇੱਕ ਹਿਸਾਬ ਦਾ। ਜਿਹੜੀ ਆਪਣੀ ਹੁੰਦੀ ਇਕਾਤਮਕ ਸਰਕਾਰ, ਇਹ ਥੋੜ੍ਹੀ ਜਿਹੀ ਮਤਲਬ ਜਿਹੜੇ ਆਪਣੇ ਰਾਜ ਹੁੰਦੇ ਉਹਨੂੰ ਸ਼ਕਤੀਆਂ ਦੇ ਦਿੱਤੀਆਂ ਜਾਂਦੀਆਂ, ਪਰ ਓਨੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜਾ ਵੀ ਆਪਣੇ ਫੈਸਲੇ ਉਹ ਆਪ ਲੈ ਸਕੇ। ਜੇ ਉਹਨੂੰ ਕੋਈ ਫੈਸਲਾ ਵਗੈਰਾ ਲੈਣ ਲਈ ਆਪਣੀ ਉੱਪਰ ਬੈਠੀ ਹੁੰਦੀ ਸਰਕਾਰ, ਕੇਂਦਰ ਸਰਕਾਰ, ਉਹ ਤੋਂ ਪੂਰੀ ਆਪਣੀ ਜਿਹੜੀ ਜਾਂਚ ਪੜਤਾਲ ਕਰਕੇ ਪੁੱਛ ਪੜਤਾਲ ਕਰਨੀ ਪੈਂਦੀ ਆ, ਫਿਰ ਆਪਣਾ ਕੋਈ ਫੈਸਲਾ ਲੈ ਸਕਦੀ ਆ ਕਿਉਂ। ਅਤੇ ਗਾਣੀ ਆਪਣੀ ਕੇਂਦਰ ਸਰਕਾਰ ਆ ਵੀ ਉਹਦੀ ਮਰਜ਼ੀ ਹੁੰਦੀ ਹੈ ਵੀ ਉਹਨੂੰ ਮਨਜ਼ੂਰੀ ਦੇਵੇ ਭਾਵੇਂ ਨਾ ਦੇਵੇ। ਇਹ ਹੁੰਦੀ ਆਪਣੀ ਇਕਾਤਮਕ ਸਰਕਾਰ। ਇਸ ਤੋਂ ਬਾਅਦ ਆ ਆਪਣੀ ਸੰਘਾਤਮਕ ਸਰਕਾਰ। ਇਹ ਕਿਹੜੀ ਹੁੰਦੀ ਆ ਵੀ ਇਹ ਹੁੰਦੀ ਹੈ ਵੀ ਇਹਦੇ ਵਿੱਚ ਇਕਾਤਮਕ ਵੀ ਆ ਜਾਂਦੀ ਆ ਅਤੇ ਆਪਣੀ ਜਿਹੜੀ ਪ੍ਰਧਾਨਾਤਮਕ ਆ ਦੋਨੇ ਮਿਕਸ ਹੋ ਜਾਂਦੀਆਂ 'ਚ। ਜਾਣੀ ਕਿ ਇਕਾਤਮਕ ਪਹਿਲੂ ਵੀ ਹੁੰਦਾ ਅਤੇ ਆਪਣਾ ਜਿਹੜਾ ਦੂਜਾ ਹੁੰਦਾ ਪ੍ਰਧਾਨ ਵਾਲਾ ਉਹ ਵੀ ਪਹਿਲੂ, ਦੋਨੇ ਇਕੱਠੇ ਹੁੰਦੇ ਆ। ਕੀ ਹੁੰਦਾ ਦੇਖੋ, ਇੱਕ ਅਜਿਹੀ ਸਰਕਾਰ ਹੁੰਦੀ ਹੈ ਜਿਸ ਵਿੱਚ ਇਕਾਤਮਕ ਸਰਕਾਰ ਅਤੇ ਪ੍ਰਧਾਨਾਤਮਕ ਸਰਕਾਰ ਵਾਲੇ ਦੋਵੇਂ ਗੁਣ ਹੋਣ। ਅਜਿਹੀ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਨਾਮਾਤਰ ਮੁਖੀ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਅਸਲੀ ਸ਼ਾਸਕ ਹੁੰਦਾ ਹੈ। ਜਿਵੇਂ ਕਿ ਭਾਰਤ ਦਾ ਰਾਸ਼ਟਰਪਤੀ ਨਾਮਾਤਰ ਮੁਖੀ ਹੈ ਅਤੇ ਪ੍ਰਧਾਨ ਮੰਤਰੀ ਸ਼ਾਸਕ ਹੈ। ਅਤੇ ਸਾਡਾ ਦੇਸ਼ ਭਾਵੇਂ ਸੰਘਾਤਮਕ ਹੈ, ਪਰ ਬਾਹਰੀ ਹਮਲੇ ਅਤੇ ਸੰਕਟ ਦੇ ਸਮੇਂ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਵੱਧ ਜਾਣ ਕਾਰਨ ਸਾਡਾ ਦੇਸ਼ ਦੀ ਸਰਕਾਰ ਇਕਾਤਮਕ ਰੂਪ ਧਾਰਨ ਕਰ ਲੈਂਦੀ ਹੈ। ਮਤਲਬ ਇਹ 'ਚ ਕੀ ਦੱਸਿਆ ਗਿਆ, ਜਿਹੜਾ ਵੀ ਆਪਣਾ ਪਹਿਲਾਂ ਵੀ ਤੁਹਾਨੂੰ ਕੁਐਸਚਨ ਨਹੀਂ ਪੁੱਛਿਆ ਜਾਊਗਾ, ਜਿਹੜਾ ਵੀ ਆਪਣਾ ਭਾਰਤ ਦੇਸ਼ ਆ ਉਹ 'ਚ ਕਿਹੜੀ ਸਰਕਾਰ ਆ, ਤਾਂ ਆਪਣੇ ਵੀ ਸੰਘਾਤਮਕ ਸਰਕਾਰ ਆ। ਭਾਵੇਂ ਆਪਣੇ ਸੰਘਾਤਮਕ ਸਰਕਾਰ ਤਾਂ ਹੈਗੀ ਆ, ਪਰ ਕਈ ਵਾਰ ਮੰਨ ਲਓ ਹੁਣ ਕੋਈ ਅਜਿਹੀ ਵੀ ਬਾਹਰੋਂ ਕੋਈ ਕਿਸੇ ਨੇ ਕੋਈ ਹਮਲਾ ਕਰਤਾ ਆਪਣੇ 'ਤੇ, ਜਾਂ ਕੋਈ ਹੋਰ ਕੋਈ ਇਹੀ ਸੰਕਟ ਦੀ ਆਪਣੇ ਵਿੱਚ ਕੋਈ ਜਿਹੜੀ ਪਰਿਸਥਿਤੀ ਬਣ ਗਈ, ਜਿਹੜਾ ਤਾਂ ਵੀ ਆਪਣੀ ਕੇਂਦਰ ਸਰਕਾਰ ਆ ਉਹ ਜ਼ਿਆਦਾ ਸ਼ਕਤੀਸ਼ਾਲੀ ਬਣ ਜਾਂਦੀ ਆ, ਜਿਹਦੇ ਕਾਰਨ ਸਾਰਾ ਕੰਟਰੋਲ ਆ ਉਹ ਆਪਣੀ ਕੇਂਦਰ ਸਰਕਾਰ ਆਪ ਦੇ ਅੰਡਰ ਕਰ ਲੈਂਦੀ ਆ। ਤਾਂ ਉਸ ਸਮੇਂ ਵੀ ਜਿਹੜਾ ਆਪਣਾ ਸਰਕਾਰ ਆ ਉਹ ਇੱਕ ਇਕਾਤਮਕ ਰੂਪ ਧਾਰਨ ਕਰ ਲੈਂਦੀ ਆ। ਇਸ ਜਿਹੜੀ ਆਪਣੀ ਵੀ ਸਰਕਾਰ ਆ ਉਹ ਦੋਵੇਂ ਤਰ੍ਹਾਂ ਦੀ ਆ, ਇਕਾਤਮਕ ਵੀ ਅਤੇ ਸੰਘਾਤਮਕ ਵੀ ਆ। ਠੀਕ ਆ, ਆਪਾਂ ਨੂੰ ਪੂਰੀ ਤਰ੍ਹਾਂ ਇਕਾਤਮਕ ਵੀ ਨਹੀਂ ਕਹਿ ਸਕਦੇ ਅਤੇ ਪੂਰੀ ਤਰ੍ਹਾਂ ਆਪਾਂ ਨੂੰ ਸੰਘਾਤਮਕ ਵੀ ਨਹੀਂ ਕਹਿ ਸਕਦੇ। ਠੀਕ ਆ, ਜਿਹੜੀ ਆਪਣੀ ਸੰਘਾਤਮਕ ਸਰਕਾਰ ਹੁੰਦੀ ਇਹਦੇ ਵਿੱਚ ਵੀ ਉਹੀ ਹੁੰਦਾ ਜਿਹੜਾ ਵੀ ਇੱਕ ਰਾਸ਼ਟਰਪਤੀ ਨਾਮਾਤਰ ਮੁਖੀ ਹੁੰਦਾ, ਅਤੇ ਜਿਹੜਾ ਆਪਣਾ ਪ੍ਰਧਾਨ ਮੰਤਰੀ ਆ ਜਾਂ ਉਹਦਾ ਮੰਤਰੀ ਮੰਡਲ ਵਗੈਰਾ ਹੋ ਗਿਆ, ਉਹਦੇ ਕੋਲ ਆਪਣੀ ਜਿਹੜੀ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਨ ਦੀ ਸਾਰੀ ਜਿਹੜੀ ਅਥਾਰਟੀ ਵਗੈਰਾ ਹੁੰਦੀ ਆ। ਅੱਗੇ ਹੈਗਾ ਵੀ ਆਪਣਾ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ, ਇਹ ਤੁਸੀਂ ਪੜ੍ਹ ਲਓ। ਸੁਤੰਤਰਤਾ ਵੀ ਜਿਹੜੀ ਆਪਾਂ ਨੂੰ ਸੁਤੰਤਰਤਾ ਵਗੈਰਾ ਪ੍ਰਦਾਨ ਕਰਦੀ ਆ, ਸਾਰੇ ਸਮਾਨ ਹੁੰਦੇ ਆਪਣੇ ਇਹਦੇ ਵਿੱਚ ਸਮਾਨਤਾ ਪ੍ਰਦਾਨ ਕਰਦੀ ਆ। ਵੀ ਧਰਮ ਵਗੈਰਾ ਆਪਦੇ ਆਪ ਨੂੰ ਜਿਹੜੀ ਚੁਣਨ ਦੀ ਆਪਣੀ ਪੂਰੀ ਖੁੱਲ੍ਹ ਮਿਲੀ ਹੁੰਦੀ, ਭਾਰਤ ਧਰਮ ਵਗੈਰਾ ਆਪਦਾ ਹੈਗਾ ਉਹ ਆਪਾਂ ਅਪਣਾ ਸਕਦੇ ਹਾਂ, ਆਪਣੇ ਵਿਚਾਰ ਵਗੈਰਾ ਪ੍ਰਗਟ ਕਰ ਸਕਦੇ ਹਾਂ। ਠੀਕ ਹੈ, ਤੁਹਾਨੂੰ ਮੈਂ ਬਾਅਦ 'ਚ ਡੀਪਲੀ ਕਰਵਾ ਦੂੰਗਾ, ਕੋਈ ਚੱਕਰ ਦੀ ਗੱਲ ਨਹੀਂ। ਆਪਣੀ ਇੱਕ ਡੈਮੋ ਕਲਾਸ ਆ, ਇਹ ਆਪਣੀ ਵਿਸ਼ੇਸ਼ਤਾਵਾਂ। ਅੱਗੇ ਆਪਣੀ ਵਿਧਾਨ ਪਾਲਿਕਾ ਕੀ ਹੁੰਦੀ ਆ, ਜਿਹੜੀ ਵੀ ਵਿਧਾਨ ਪਾਲਿਕਾ ਕੀ ਹੁੰਦੀ, ਜਿਹੜੀ ਆਪਣਾ ਕੋਈ ਕਾਨੂੰਨ ਵਗੈਰਾ ਬਣਾਉਣਾ ਅਤੇ ਜਿਹੜੀ ਆਪਣੀ ਵਿਧਾਨ ਪਾਲਿਕਾ ਬਣਾਉਂਦੀ ਆ। ਠੀਕ ਆ, ਇਹ ਆਪਣੇ ਕਾਨੂੰਨ ਦਾ ਨਿਰਮਾਣ ਕਰਦੀ ਆ, ਅਤੇ ਕਾਨੂੰਨ ਦਾ ਨਿਰਮਾਣ ਕਰਨ ਤੋਂ ਬਾਅਦ ਜਿਹੜਾ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਆ ਉਹ ਵਿਧਾਨ ਪਾਲਿਕਾ ਦਾ ਨਹੀਂ ਹੁੰਦਾ। ਇਹ ਆਪਣਾ ਜਿਹੜਾ ਕਾਨੂੰਨ ਵਗੈਰਾ ਬਣਾ ਕੇ ਉਹਨੂੰ ਅੱਗੇ ਭੇਜ ਦਿੰਦੀ ਆ ਕਾਰਜਪਾਲਿਕਾ ਕੋਲ, ਜਿਹੜੀ ਫਿਰ ਕਾਰਜਪਾਲਿਕਾ ਉਹ ਹੀ ਕਰਦੀ ਆ। ਜਿਹੜੀ ਕਾਰਜਪਾਲਿਕਾ ਉਹ ਜਿਹੜਾ ਵਿਧਾਨ ਪਾਲਿਕਾ ਦਾ ਜਿਹੜਾ ਹੁੰਦਾ ਆਪਣਾ ਕਾਨੂੰਨ ਬਣਾਇਆ ਹੁੰਦਾ ਗਾ, ਵਿਧਾਨ ਪਾਲਿਕਾ ਦੇ ਬਣਾਏ ਹੋਏ ਕਾਨੂੰਨ ਨੂੰ ਲਾਗੂ ਕਰਦੀ ਆ, ਪਰ ਉਹਨੂੰ ਪੂਰੀ ਜਾਂਚ ਪੜਤਾਲ ਕਰਦੀ ਹੈ ਕਾਨੂੰਨ ਦੀ। ਠੀਕ ਹੈ, ਕੋਈ ਵੀ ਚੀਜ਼ ਬਣਾਈ ਹੋਈ ਆ ਵੀ ਇਹ ਸਹੀ ਆ ਜਾਂ ਗਲਤ ਆ, ਅਤੇ ਬਾਅਦ 'ਚ ਜਾਂਚ ਪੜਤਾਲ ਕਰਨ ਤੋਂ ਬਾਅਦ ਜਿਹੜੀ ਉਹ ਉਸਨੂੰ ਲਾਗੂ ਕਰ ਦਿੰਦੀ ਆ। ਅਤੇ ਲਾਗੂ ਕਰਨ ਤੋਂ ਬਾਅਦ ਜਿਹੜੀ ਉਹ ਹੈਗੀ ਕੋਈ ਵਿੱਚ ਮੰਨ ਲਓ ਕੋਈ ਕਾਨੂੰਨ ਨੂੰ ਤੋੜਦਾ ਜਾਂ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਜਾਂ ਕਾਨੂੰਨ ਵਿੱਚ ਕੋਈ ਸੋਧ ਵਗੈਰਾ ਕਰਨੀ ਆ, ਤਾਂ ਜਿਹੜੀ ਉਹ ਕੌਣ ਕਰੂਗਾ, ਕਹਿੰਦੇ ਨਿਆਂਪਾਲਿਕਾ। ਜਿਹੜੀ ਨਿਆਂਪਾਲਿਕਾ ਹੀ ਕਰਦੀ ਆ। ਅਤੇ ਦੇਖੋ ਪਹਿਲਾਂ ਜਿਹੜੀ ਆਪਣੀ ਹੁੰਦੀ ਹੈ ਵਿਧਾਨ ਪਾਲਿਕਾ, ਉਹਨੇ ਕਾਨੂੰਨ ਬਣਾਤਾ, ਕਾਨੂੰਨ ਬਣਾਉਣ ਤੋਂ ਬਾਅਦ ਉਹਨੇ ਭੇਜਤਾ ਆਪਣੇ ਕੋਲ ਕਾਰਜਪਾਲਿਕਾ ਕੋਲ। ਕਾਰਜਪਾਲਿਕਾ ਨੇ ਕਾਨੂੰਨ ਵਿੱਚ ਜਿਹੜੀ ਸਾਰੀ ਆਪਣੀ ਕਰਕੇ ਕਾਰਵਾਈ ਪੂਰੀ ਕਰਕੇ ਉਹਨੂੰ ਦੇਖ ਦੁਖ ਕੇ ਕਾਨੂੰਨ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ। ਜਦੋਂ ਕਾਨੂੰਨ ਆਪਣਾ ਚੱਲ ਪਿਆ ਉਸ ਤੋਂ ਬਾਅਦ ਮੰਨ ਲਓ ਕਿ ਉਹਨੂੰ ਕਾਨੂੰਨ ਦੀ ਉਲੰਘਣਾ ਕਰਦਾ, ਕਾਨੂੰਨ ਨੂੰ ਤੋੜਦਾ, ਕੋਈ ਉਹਨੂੰ ਦੰਡ ਵਗੈਰਾ ਦੇਣਾ, ਤਾਂ ਕੌਣ ਦੇਊਗਾ, ਉਹ ਦੇਊਗਾ ਨਿਆਂਪਾਲਿਕਾ। ਇਹਦੇ ਵਿੱਚ ਵੀ ਆਪਣਾ ਜੀ ਜਿਹੜੇ ਕੋਰਟ ਵਗੈਰਾ ਜੱਜ ਵਗੈਰਾ ਕੇ ਸਾਰੇ ਇਹਦੇ ਵਿੱਚ ਆ ਜਾਂਦੇ ਆ। ਅਤੇ ਇਹਦੇ ਨਾਲ ਆਪਣੀ ਹੁੰਦੀ ਵੀਡੀਓ ਦੀ ਸਮਾਪਤ। ਅਤੇ ਵੀ ਇੱਕ ਡੈਮੋ ਕਲਾਸ ਸੀਗੀ, ਸਾਰਿਆਂ ਨੇ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਅਤੇ ਵੀ ਆਪਾਂ ਐਂ ਕੰਟੀਨਿਊ ਚੱਲ ਗਏ ਕਿ ਤੁਹਾਨੂੰ MCQ ਕਰਵਾਇਆ ਕਰਾਂ ਇਕੱਲੇ। ਅਤੇ ਸਾਰਿਆਂ ਨੇ ਕਮੈਂਟ ਕਰਨਾ। ਅਤੇ ਧੰਨਵਾਦ ਸਾਰਿਆਂ ਦਾ, ਥੈਂਕ ਯੂ, ਜਿਉਂਦੇ ਵੱਧਦੇ ਰਹੋ।